ਹੈਲੋ ਸਟੂਡੈਂਟਸ, ਹਾਊ ਆਰ ਯੂ। ਅੱਜ ਅਸੀਂ ਕਰਾਂਗੇ ਗ੍ਰਾਮਰ ਦਾ ਬਹੁਤ ਇੰਟਰਸਟਿੰਗ ਟੌਪਿਕ ਜੋ ਕਿ 8th ਕਲਾਸ ਦੀ ਗ੍ਰਾਮਰ ਦੀ ਬੁੱਕ ਵਿੱਚ 9th ਚੈਪਟਰ ਹੈ, ਉਹ ਹੈ ਨੌਨ ਫਾਈਨਾਈਟ। ਆਓ ਸ਼ੁਰੂ ਕਰੀਏ। ਸੋ ਫਾਰਮਸ ਆਫ ਵਰਬਸ, ਠੀਕ ਹੈ। ਦੇਅਰ ਆਰ ਟੂ ਮੇਨ ਵਰਬ ਫਾਰਮਸ ਇਨ ਇੰਗਲਿਸ਼ ਵਿੱਚ ਕਿਰਿਆ ਦੀਆਂ ਦੋ ਤਰ੍ਹਾਂ ਦੀਆਂ ਮੇਨ ਕਿਸਮਾਂ ਹੁੰਦੀਆਂ ਹਨ। ਪਹਿਲੀ ਕਿਸਮ ਹੁੰਦੀ ਹੈ ਦ ਫਾਈਨਾਈਟ, ਸੈਕਿੰਡ ਕੀ ਹੁੰਦੀ ਹੈ ਨੌਨ ਫਾਈਨਾਈਟ। ਫਾਈਨਾਈਟ ਵਰਬਸ ਕਿਹੜੇ ਹੁੰਦੇ ਹਨ? ਫਾਈਨਾਈਟ ਵਰਬਸ ਆਰ ਦੋਜ਼ ਵਰਬਸ ਵਿਚ ਆਰ ਲਿਮਿਟਡ ਬਾਈ ਨੰਬਰਸ, ਪਰਸਨਸ ਐਂਡ ਟੈਂਸ। ਫਾਈਨਾਈਟ ਵਰਬਸ ਉਹ ਹੁੰਦੇ ਹਨ ਜਿਹੜੇ ਕਿ ਸੀਮਤ ਕਰ ਦਿੱਤੇ ਜਾਂਦੇ ਹਨ ਕਿਸੇ ਨੰਬਰ ਦੁਆਰਾ, ਕਿਸੇ ਪਰਸਨ ਦੁਆਰਾ ਜਾਂ ਕਿਸੇ ਟੈਂਸ ਦੁਆਰਾ, ਠੀਕ ਹੈ, ਕਾਲ ਦੁਆਰਾ, ਸਮੇਂ ਦੁਆਰਾ। ਕਿਸ ਤਰ੍ਹਾਂ? ਦ ਗਰਲ ਵਾਂਟਸ ਐਨ ਐਪਲ। ਹੋਰ ਐਗਜ਼ਾਮਪਲ ਕੀ ਹੈ? ਦ ਗਰਲਸ ਵਾਂਟ ਐਪਲਸ। ਦ ਗਰਲਸ ਵਾਂਟਡ ਐਪਲਸ। ਦ ਗਰਲ ਵਿਲ ਵਾਂਟ ਐਪਲ। ਆਈ ਵਾਂਟ ਐਨ ਐਪਲ। ਸ਼ੀ ਵਾਂਟਸ ਐਨ ਐਪਲ। ਸੋ ਆਪਾਂ ਦੇਖਦੇ ਹਾਂ ਕਿਤੇ ਵਾਂਟਸ ਆ ਰਿਹਾ, ਕਿਤੇ ਵਾਂਟ, ਕਿਤੇ ਵਾਂਟਡ। ਸੋ ਅਲੱਗ-ਅਲੱਗ ਜਗ੍ਹਾ ਤੇ ਇਹ ਅਲੱਗ-ਅਲੱਗ ਆ ਰਿਹਾ। ਇਨ ਥੀਸ ਐਗਜ਼ਾਮਪਲਸ ਦਾ ਵਰਬ ਵਾਂਟ ਕੀਪਸ ਚੇਂਜਿੰਗ ਇਟਸ ਫਾਰਮ। ਆਪਾਂ ਦੇਖ ਰਹੇ ਹਾਂ ਵਾਂਟ ਹਰ ਵਾਰ ਆਪਣੀ ਜਿਹੜੀ ਫਾਰਮ ਹੈ ਉਹ ਚੇਂਜ ਕਰੀ ਜਾ ਰਿਹਾ ਵਿਦ ਦਾ ਚੇਂਜ ਇਨ ਨੰਬਰ। ਜਦੋਂ ਕੋਈ ਨੰਬਰ ਚੇਂਜ ਹੋ ਜਾਂਦੇ ਨੇ, ਜਦੋਂ ਗਰਲਸ ਜ਼ਿਆਦਾ ਆਈਆਂ ਤੇ ਉਦੋਂ ਕੀ ਹੋ ਗਿਆ? ਵਾਂਟਸ ਦਾ ਵਾਂਟ ਹੋ ਗਿਆ। ਤੇ ਜਦੋਂ ਇੱਕ ਲੜਕੀ ਆਈ ਉਦੋਂ ਵਾਂਟ ਦਾ ਕੀ ਬਣ ਗਿਆ? ਵਾਂਟਸ। ਇਨ ਅਦਰ ਵਰਡਸ ਇਟ ਇਜ਼ ਲਿਮਿਟਡ ਔਰ ਗਵਰਨਡ ਬਾਈ ਥੀਸ ਫੈਕਟਰਸ। ਸੋ ਜੇ ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਆਪਾਂ ਕੀ ਕਹਾਂਗੇ ਕਿ ਇਹਨਾਂ ਸਾਰੇ ਫੈਕਟਰਸ ਕੀ ਹੁੰਦੇ ਨੇ? ਤੱਥ। ਇਹਨਾਂ ਸਾਰੇ ਤੱਥਾਂ ਦੁਆਰਾ ਲਿਮਿਟਡ ਹੋ ਜਾਂਦਾ, ਸੀਮਿਤ ਹੋ ਜਾਂਦਾ ਕਿ ਜੇ ਪਰਸਨਸ ਜ਼ਿਆਦਾ ਨੇ ਤੇ ਉਹਦੇ ਨਾਲ ਐਸ ਨਹੀਂ ਲੱਗੇਗਾ। ਸੋ ਕਹਿਣ ਤੋਂ ਭਾਵੇਂ ਕਿ ਜੋ ਵਰਬ ਦੀ ਫਾਰਮ ਕਿਸੇ ਵਿਅਕਤੀ ਦੁਆਰਾ ਚੇਂਜ ਹੋ ਜਾਏ, ਕਿਸੇ ਵਿਅਕਤੀ ਦੀ ਗਿਣਤੀ ਦੁਆਰਾ ਚੇਂਜ ਹੋ ਜਾਏ ਜਾਂ ਟੈਂਸ ਦੁਆਰਾ ਚੇਂਜ ਹੋ ਜਾਏ, ਜਿਵੇਂ ਪਾਸਟ ਹੋ ਜਾਵੇ, ਪ੍ਰੈਜ਼ੈਂਟ ਹੋ ਜਾਵੇ, ਉਹਨੂੰ ਆਪਾਂ ਕੀ ਕਹਾਂਗੇ? ਫਾਈਨਾਈਟ ਵਰਬਸ। ਨੈਕਸਟ ਹੈ ਨੌਨ ਫਾਈਨਾਈਟ ਵਰਬਸ। Non-finite verbs, on the other hand, are those verbs which are not limited by number, person or tense. ਹੁਣ ਦੂਜੇ ਪਾਸੇ non-finite verbs ਉਹ ਨੇ ਜਿਹੜਾ ਕਿ ਚਾਹੇ ਕੋਈ ਵੀ ਵਿਅਕਤੀ ਹੋਵੇ ਉਹਦੇ ਲਈ ਚੇਂਜ ਨਹੀਂ ਹੁੰਦੇ। ਚਾਹੇ ਉਹ ਜ਼ਿਆਦਾ ਵਿਅਕਤੀ ਹੋਣ, ਚਾਹੇ ਘੱਟ ਵਿਅਕਤੀ ਹੋਣ, ਉਹਦੇ ਲਈ ਵੀ ਨਹੀਂ ਚੇਂਜ ਹੁੰਦੇ। ਚਾਹੇ ਉਹ ਪ੍ਰੈਜ਼ੈਂਟ, ਫਿਊਚਰ, ਪਾਸਟ, ਕੋਈ ਵੀ ਟੈਂਸ ਹੋਵੇ ਉਹਦੇ ਲਈ ਉਹ ਚੇਂਜ ਨਹੀਂ ਹੁੰਦੇ, ਠੀਕ ਹੈ। ਉਹਨਾਂ ਨੂੰ ਆਪਾਂ ਕਹਿੰਦੇ ਆ non-finite। ਐਗਜ਼ਾਮਪਲਸ ਦੇਖਦੇ ਹਾਂ। he wants, ਉਹ ਚਾਹੁੰਦਾ ਹੈ। to eat, ਹੁਣ ਚਾਹੇ ਪਹਿਲਾਂ ਆਂਦਾ he wanted to eat ਤਾਂ ਵੀ to eat ਹੀ ਆਣਾ ਸੀ, ਤੇ ਜੇ ਆਂਦਾ he will not want to eat ਤਾਂ ਵੀ to eat ਹੀ ਆਣਾ ਸੀ। ਸੋ ਚਾਹੇ ਟੈਂਸ ਚੇਂਜ ਹੋ ਜੇ, ਚਾਹੇ ਪਰਸਨ ਚੇਂਜ ਹੋ, ਚਾਹੇ ਦੇ ਲਿਖਿਆ ਆਂਦਾ they want to eat ਤਾਂ ਵੀ ਇਹ ਵਰਬ ਚੇਂਜ ਨਹੀਂ ਹੁੰਦੇ। they want to eat apples, ਠੀਕ ਹੈ, ਦੇ ਆ ਗਿਆ ਤੇ eat ਹੀ ਆਇਆ। ਮੀਨਾ wanted, ਹੁਣ ਸੈਕਿੰਡ ਫਾਰਮ ਆ ਗਈ, ਹੁਣ ਟੈਂਸ ਚੇਂਜ ਹੋ ਗਿਆ, ਪਾਸਟ ਹੋ ਗਿਆ, ਤਾਂ ਵੀ ਕੀ ਆਇਆ? to eat an apple। I want to eat an apple, ਹੁਣ ਪਰਸਨ ਚੇਂਜ ਹੋ ਗਿਆ, I ਹੋ ਗਿਆ, ਠੀਕ ਹੈ, ਤਾਂ ਵੀ to eat ਹੀ ਆਇਆ। she will want, ਹੁਣ ਫਿਊਚਰ ਟੈਂਸ ਹੋ ਗਿਆ, ਤਾਂ ਵੀ ਕੀ ਆਇਆ? to eat an apple। ਸੋ ਉਹ ਵਾਲੇ ਵਰਬ ਜਿਹੜੇ ਕਿ ਕਿਸੇ ਵੀ ਤਰੀਕੇ ਨਾਲ ਚੇਂਜ ਨਹੀਂ ਹੁੰਦੇ, ਸੇਮ ਰਹਿੰਦੇ ਹਨ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਨੌਨ ਫਾਈਨਾਈਟ ਵਰਬਸ। ਸੋ ਇੱਥੇ ਹੁਣ ਸਿੱਖਣ ਵਾਲੀ ਗੱਲ ਨੌਨ ਫਾਈਨਾਈਟਸ ਦੀ ਹੈ। ਤਿੰਨ ਤਰ੍ਹਾਂ ਦੇ ਹੁੰਦੇ ਹਨ: ਦ ਇਨਫਿਨਿਟਿਵ, ਦ ਜੈਰੈਂਡ ਐਂਡ ਦ ਪਾਰਟੀਸਿਪਲਸ। ਸੋ ਇਨਫਿਨਿਟਿਵ ਕੀ ਹੁੰਦੇ ਨੇ? ਦੋ ਤਰ੍ਹਾਂ ਦੇ, ਇੱਕ ਬੇਅਰ ਇਨਫਿਨਿਟਿਵ, ਇੱਕ ਟੂ ਇਨਫਿਨਿਟਿਵ। ਸਿੰਪਲ ਜਿਹਾ ਫਾਰਮੂਲਾ ਦੱਸ ਦੇਵਾਂ, ਜਿੱਥੇ ਟੂ ਲੱਗਿਆ ਹੋਵੇ ਉਹ ਟੂ ਇਨਫਿਨਿਟਿਵ, ਜਿੱਥੇ ਟੂ ਨਹੀਂ ਲੱਗਿਆ ਉਹ ਬੇਅਰ ਇਨਫਿਨਿਟਿਵ ਹੋ ਜਾਏਗਾ। ਸੋ ਆਓ ਆਪਾਂ ਇਹਦੀ ਐਕਸਰਸਾਈਜ਼ ਕਰਦੇ ਹਾਂ, ਉਹਨਾਂ ਸਾਨੂੰ ਸਾਰਾ ਕਲੀਅਰ ਹੋ ਜਾਏਗਾ। ਫਸਟ, ਟੂ ਲਾਈ ਇਜ਼ ਅ ਸਿਨ, ਇਹ ਕੀ ਹੋ ਗਿਆ? ਟੂ ਇਨਫਿਨਿਟਿਵ। ਆਈ ਸੌ ਹਿਮ ਐਂਟਰ, bare infinitive. She let me watch the film, bare infinitive. He promised to come, to infinitive, ਠੀਕ ਹੈ। ਸੋ ਸਿੰਪਲ ਹੈ, ਜਿੱਥੇ ਟੂ ਲੱਗਿਆ ਟੂ ਇਨਫਿਨਿਟਿਵ, ਟੂ ਨਹੀਂ ਲੱਗਿਆ ਉਹ ਬੇਅਰ ਇਨਫਿਨਿਟਿਵ। ਓਕੇ ਜੀ, ਅੱਗੇ ਚੱਲਦੇ ਹਾਂ ਆਪਾਂ। ਸੋ ਇਸੇ ਤਰ੍ਹਾਂ ਸੈਕਿੰਡ ਵਿੱਚ ਅਸੀਂ ਆਪ ਪੜ੍ਹਨੇ ਹਨ। to err is human, to forgive is divine। ਇਹਨੂੰ err ਵੀ ਕਹਿ ਦਿੰਦੇ ਨੇ, ਠੀਕ ਹੈ, to err is human। ਸੋ ਇਹਦਾ ਮਤਲਬ ਕੀ ਹੈ? ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਗਲਤੀਆਂ ਨੂੰ ਮਾਫ ਕਰਨਾ ਇੱਕ ਦੈਵੀ ਗੁਣ ਹੈ। ਸੈਕਿੰਡ, ਯੂ ought to get up earlier, ਤੁਹਾਨੂੰ ਜ਼ਰੂਰ ਹੀ ਜਲਦੀ ਉੱਠਣਾ ਚਾਹੀਦਾ ਹੈ, ਠੀਕ ਹੈ, ought to। ਥਰਡ, it is easy to make mistakes। fourth, why not take the day off? He made me repeat the lesson। You need not say anything। I am sorry to disappoint you। He heard a cock crowing in the neighboring village। Ninth, would you like to come in my car? 10th, he will be able to swim very soon। So ਇਹ ਸੀ ਸਾਡੇ ਇਨਫਿਨਿਟਿਵਸ
Next, third, combine the following pairs of sentences into one sentence each using to, enough plus infinitive. ਹੁਣ ਨੀਚਲੇ sentences ਅਸੀਂ combine ਕਰਨੇ ਹਨ ਕਿਹਨਾਂ ਨਾਲ to ਤੇ enough ਦੇ ਨਾਲ। ਸੋ ਜਿੱਥੇ ਅਸੀਂ ਕੋਈ ਪੋਜ਼ਿਟਿਵ ਬੋਲਣਾ ਹੈ ਉੱਥੇ enough ਵਰਤ ਲਾਂਗੇ, ਜਿੱਥੇ ਕੁਝ ਨੈਗੇਟਿਵ ਬੋਲਣਾ ਉੱਥੇ ਆਪਾਂ to ਦੀ ਵਰਤੋਂ ਕਰਾਂਗੇ। ਓਕੇ, ਸਟਾਰਟ। ਯੂ ਆਰ ਵੈਰੀ ਯੰਗ, ਯੂ ਕਾਂਟ ਹੈਵ ਅ ਗਨ। ਕਿ ਤੂੰ ਬਹੁਤ ਛੋਟਾ ਹੈ, ਤੂੰ ਬੰਦੂਕ ਨਹੀਂ ਰੱਖ ਸਕਦਾ। ਕੀ ਹੋਏਗਾ? ਯੂ ਆਰ ਟੂ ਯੰਗ to have a gun. Second, he is very ill, he can't eat anything. He is too ill to eat anything. Third, the coffee is strong, it won't keep us awake. The coffee is too strong to keep us awake. Fourth, Tom was very foolish, he told lies to the police. Tom was foolish enough to tell lies to the police. Fifth, he was furious, he could not speak. ਉਹ ਡਰ ਗਿਆ ਸੀ, ਉਹ ਬੋਲ ਨਹੀਂ ਸਕਿਆ। He was too furious to speak. You are quite thin, you could slip between the bars. ਤੂੰ ਬਹੁਤ ਪਤਲਾ ਹੈ, ਤੂੰ ਇਹਨਾਂ ਡੰਡਿਆਂ ਦੇ ਵਿੱਚੋਂ ਲੰਘ ਸਕਦਾ ਹੈ। You are thin enough to slip between the bars. It is very cold, we can't bathe. It is too cold to bathe. It is very cold, we can't go out. It is too cold to go out. The fire isn't very hot, it won't boil a kettle. The fire is not hot enough to boil a kettle. I am rather old, I can't walk that far. मैं काफ़ी बुजुर्ग हाँ, मैं ज़्यादा दूर नहीं जा सकता। I am too old to walk that far. Okay, next, the gerunds. Gerunds ਦਾ ਕੰਮ ਬਹੁਤ ਸੌਖਾ। Gerunds means ਕਿਸੇ ਵੀ ਕਿਰਿਆ ਨੂੰ ਨਾਮ ਦੇ ਦੇਣਾ। ਮੰਨ ਲਓ ਮੈਂ ਕਹਿਣਾ ਹੋਵੇ ਮੈਂ ਚੱਲਦਾ ਹਾਂ, I walk, ਤੇ ਜੇ ਮੈਂ ਕਹਿਣਾ ਹੋਵੇ ਤੇਰੀ ਚਾਲ ਬਹੁਤ ਚੰਗੀ ਹੈ, ਹੁਣ ਮੈਂ ਆਪਣੀ ਕਿਰਿਆ ਨੂੰ ਨਾਮ ਕੀ ਦੇ ਦਿੱਤਾ? ਚੱਲਣ ਨੂੰ ਨਾਮ ਕੀ ਦੇ ਦਿੱਤਾ? ਚਾਲ। My walking is good. So ਜਿਸ ਤਰ੍ਹਾਂ ਕਹਿਣਾ ਹੋਵੇ ਕਿ ਮੰਮੀ ਖਾਣਾ ਵਧੀਆ ਬਣਾਉਂਦੇ ਹਨ, the mother cooks food deliciously. ਸੋ ਇਸੇ ਤਰ੍ਹਾਂ ਮੈਂ ਖਾਣਾ ਬਣਾਉਣ ਦੀ ਕਿਰਿਆ ਨੂੰ ਕੀ ਨਾਮ ਦਿੱਤਾ? ਕੁਕਿੰਗ, ਕਿ ਮੇਰੀ ਮੰਮੀ ਦੀ ਕੁਕਿੰਗ ਬਹੁਤ ਅੱਛੀ ਹੈ। ਇਹ ਡਰਾਈਵਰ ਦੀ ਡਰਾਈਵਿੰਗ ਬਹੁਤ ਅੱਛੀ ਹੈ। ਆਪਾਂ ਉੱਦਾਂ ਕਹਿੰਦੇ ਨਾ ਡਰਾਈਵਰ ਡਰਾਈਵਸ ਦ ਕਾਰ। ਹੁਣ ਕਾਰ ਚਲਾਉਣ ਦੀ ਕਿਰਿਆ ਨੂੰ ਕੀ ਨਾਮ ਦਿੱਤਾ? ਡਰਾਈਵਿੰਗ। ਸੋ ਇਹਦੇ ਵਿੱਚ ਇੰਨਾ ਹੀ ਸਮਝਣ ਵਾਲੀ ਗੱਲ ਹੈ ਕਿ ਕਿਸੇ ਵੀ ਵਿਅਕਤੀ ਦੀ ਕਿਰਿਆ ਨੂੰ ਨਾਮ ਦੇ ਦੇਣਾ ਉਹਦੇ ਨਾਲ ing ਲਗਾ ਕੇ। ਠੀਕ ਹੈ, ਆਪਾਂ ਦੇਖ ਲੈਂਦੇ ਹਾਂ ਐਕਸਰਸਾਈਜ਼ ਸਾਨੂੰ ਸਮਝ ਆ ਜਾਏਗਾ। ਸੋ ਪਹਿਲੇ 'ਚ ਕੀ ਹੈ? ਗੈਂਬਲਿੰਗ। ਦੂਸਰੇ 'ਚ ਕੀ ਹੈ? ਸਲੀਪਿੰਗ। ਤੀਸਰੇ 'ਚ ਕੀ ਹੈ? ਗੌਸਿਪਿੰਗ। ਚੌਥੇ 'ਚ ਵੇਟਿੰਗ। ਪੰਜਵੇਂ 'ਚ ਸਟੀਲਿੰਗ। ਛੇਵੇਂ 'ਚ ਵਾਕਿੰਗ। ਸੱਤਵੇਂ 'ਚ ਸਪੈਲਿੰਗ। 8th boating, 9th cooking, 10th dancing. ਸੋ ਨੈਕਸਟ ਇੱਕ ਮਿਕਸਡ ਐਕਸਰਸਾਈਜ਼ ਹੈ ਜਿਹਦੇ 'ਚ ਅਸੀਂ ਜੈਰੈਂਟ ਤੇ ਇਨਫਿਨਿਟਿਵ ਫਾਰਮ ਜਿਹੜੀ ਆ ਭਰਨੀ ਹੈ। ਸਟਾਰਟ। ਹੀ ਅਗਰੀਡ ਟੂ ਹੈਲਪ ਮੀ। ਸੁਰੇਸ਼ enjoys playing football. Third, we failed to catch the train. They decided to work hard. She loves listening to music. Next, the father refused to buy him a cycle. She finished cooking in no time. I'm learning how to drive. She loves reading books. The class wanted to go for a picnic. I'm looking forward to see you. He urged us to work faster. He warned her not to touch the wire. It's no use waiting. Don't forget to lock the door before going to bed. ਨੈਕਸਟ ਹੈ ਪਾਰਟੀਸਿਪਲ। ਸੋ ਪਾਰਟੀਸਿਪਲ ਦਾ ਬਹੁਤ ਸੌਖਾ ਫਾਰਮੂਲਾ ਇਹ ਹੈ ਕਿ ਇੱਕ ਸ਼ਬਦ ਜੋ ਇੱਕੋ ਟਾਈਮ ਤੇ ਇੱਕ ਐਡਜੈਕਟਿਵ ਵੀ ਹੋਵੇ ਤੇ ਸੇਮ ਸ਼ਬਦ ਉਹਦੇ ਵਿੱਚ ਕੁਝ ਨਾ ਕੁਝ ਕਿਰਿਆ ਵੀ ਹੋ ਰਹੀ ਹੋਵੇ। ਠੀਕ, ਸੋ ਆਪਾਂ ਇਹਨੂੰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਸੋ ਫਰਸਟ ਐਗਜ਼ਾਮਪਲ ਹੈ I saw a burning house. ਮੈਂ ਇੱਕ ਜਲਦਾ ਹੋਇਆ ਘਰ ਦੇਖਿਆ। ਠੀਕ ਹੈ, ਸੋ ਇੱਕ ਘਰ ਨੂੰ ਨਾਮ ਕੀ ਦੇਤਾ ਕਿ ਉਹ ਘਰ ਤਾਂ ਹੈ ਪਰ ਕਿਹੜਾ ਹੈ? ਬਰਨਿੰਗ ਹਾਊਸ। ਠੀਕ ਹੈ, ਬਰਨਿੰਗ ਹਾਊਸ ਕੀ ਹੁੰਦਾ? ਜਿਹੜੇ ਘਰ ਨੂੰ ਅੱਗ ਲੱਗੀ ਹੋਵੇ। ਸੋ ਘਰ ਵਿੱਚ ਹੋ ਕੀ ਰਿਹਾ ਕਿ ਉਸ ਨੂੰ ਅੱਗ ਲੱਗ ਰਹੀ ਹੈ। ਠੀਕ ਹੈ, ਕਿਰਿਆ ਵੀ ਹੋ ਰਹੀ ਹੈ ਨਾ ਅੱਗ ਲੱਗਣ ਦੀ। ਸੋ ਬਰਨਿੰਗ ਇੱਕ ਵੇਲੇ 'ਚ ਕਿਰਿਆ ਵੀ ਹੋ ਗਿਆ ਤੇ ਉਸੇ ਵੇਲੇ ਉਸ ਘਰ ਦੀ ਉਹ ਵਿਸ਼ੇਸ਼ਤਾ ਵੀ ਬਣ ਗਈ, ਐਡਜੈਕਟਿਵ ਵੀ ਹੋ ਗਿਆ। ਸੋ ਇਹਨੂੰ ਆਪਾਂ ਕਹਿੰਦੇ ਆ ਪਾਰਟੀਸਿਪਲ। ਜਿਹੜੇ ਸ਼ਬਦ ਇੱਕੋ ਵੇਲੇ ਕਿਸੇ ਨਾਉਨ ਪ੍ਰਨਾਉਨ ਦੇ ਵਿਸ਼ੇਸ਼ਣ ਹਨਾ ਐਡਜੈਕਟਿਵ ਵੀ ਕਹਾਣ ਤੇ ਉਸ ਨਾਉਨ ਪ੍ਰਨਾਉਨ ਦੇ ਲਈ ਉਹ ਕਿਰਿਆ ਵੀ ਕਰ ਰਹੇ ਹੋਣ ਯਾਨੀ ਵਰਬ ਵੀ ਹੋਣ, ਉਹਨਾਂ ਨੂੰ ਆਪਾਂ ਕਹਿੰਦੇ ਆ ਪਾਰਟੀਸਿਪਲ। ਠੀਕ ਹੈ, ਆਓ ਸਿੱਧਾ ਐਗਜ਼ਾਮਪਲਸ ਤੇ ਆਉਂਦੇ ਆ, ਉਹਦੇ ਨਾਲ ਸਾਨੂੰ ਹੋਰ ਜ਼ਿਆਦਾ ਸਮਝ ਆਏਗੀ। ਲੈਟਸ ਸਟਾਰਟ। ਦੇ ਇਨਵਾਈਟਡ ਅਸ ਟੂ देयर ਨਿਊਲੀ ਬਿਲਟ ਹਾਊਸ। ਹੁਣ ਨਵਾਂ ਘਰ ਬਣਿਆ ਕਿਰਿਆ ਹੋਈ
ਪਰ ਉਸ ਘਰ ਦੀ ਵਿਸ਼ੇਸ਼ਤਾ ਕੀ ਹੈ ਕਿ ਨਵਾਂ ਬਣਿਆ ਹੋਇਆ ਹੈ, ਠੀਕ ਹੈ, ਨਿਊਲੀ ਬਿਲਟ ਹਾਊਸ ਹੈ। ਸੈਕੰਡ, ਦੇ ਟੁਕ ਦਾ ਵੂੰਡਡ ਮੈਨ ਟੂ ਦਾ ਹਸਪੀਟਲ, ਉਹਨਾਂ ਨੇ ਉਹ ਜ਼ਖਮੀ, ਹੁਣ ਉਹ ਜ਼ਖਮੀ ਹੋਇਆ ਕਿਰਿਆ ਹੋਈ ਤੇ ਹੁਣ ਉਸ ਆਦਮੀ ਦੀ ਉਹ ਵਿਸ਼ੇਸ਼ਤਾ ਵੀ ਹੋਗੀ ਕਿ ਉਹ ਆਦਮੀ ਤਾਂ ਹੈ ਪਰ ਵੂੰਡਡ ਮੈਨ ਹੈ, ਠੀਕ ਹੈ। ਸੋ ਦੇ ਟੁਕ ਦਾ ਵੂੰਡਡ ਮੈਨ ਟੂ ਦਾ ਹਸਪੀਟਲ। ਸੋ ਬਾਕੀ ਦੀਆਂ ਐਗਜ਼ਾਮਪਲਸ ਮੈਂ ਇਦਾਂ ਹੀ ਫਿਲ ਕਰ ਦੇਣਾ ਕਿਉਂਕਿ ਜੇ ਮੈਂ ਜ਼ਿਆਦਾ ਸਮਝਾਵਾਂਗਾ ਤਾਂ ਫਿਰ ਉਹ ਬੋਰਿੰਗ ਹੋ ਜਾਏਗਾ। ਓਕੇ। ਥਰਡ, ਇਟ ਵਾਜ਼ ਅ ਟਾਇਰਿੰਗ ਜਰਨੀ। ਫੋਰਥ, the parents searched for the lost child everywhere. He put his hand into boiling water. They bought a tin of frozen peas. I don't like eating boiled vegetables. He cooked the meat in a frying pan. Ninth, fried potatoes are good to eat. He ate the burning chapati. So ਇਸ ਸੀ ਸਾਡੇ ਪਾਰਟਿਸਿਪਲ। ਸੋ ਇਹਦੀਆਂ ਰਿਲੇਟਡ ਐਗਜ਼ਾਮਪਲਸ ਤੁਸੀਂ ਹੋਰ ਆਪਣੀ ਗ੍ਰਾਮਰ ਦੀ ਬੁੱਕ ਤੋਂ ਦੇਖ ਸਕਦੇ ਹੋ। ਜੇ ਮੇਰੇ ਤੋਂ ਵੀ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਮੈਂ ਜਿੰਨੀ ਕਰ ਸਕਿਆ ਤੁਹਾਡੀ ਹੈਲਪ ਜ਼ਰੂਰ ਕਰਾਂਗਾ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕ ਯੂ ਵੈਰੀ ਮੱਚ।